ਸਤਿ ਸ਼੍ਰੀ ਅਕਾਲ। ਸੂਬੇ ਦੀਆਂ ਪ੍ਰਮੁੱਖ ਸਿਆਸੀ ਖਬਰਾਂ ਦੇ ਇਸ ਖਾਸ ਪ੍ਰੋਗਰਾਮ ਖਬਰ ਪੜਤਾਲ ਦੇ ਵਿੱਚ ਤੁਹਾਡਾ ਸਵਾਗਤ ਹੈ। ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਹਾਂ, ਫਿਰ ਸਵਾਲਾਂ ਦੇ ਵੱਲ ਵਧਦੇ ਹਾਂ। ਡੱਲਾ ਜੀ, ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਮਨਦੀਪ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਧੰਨਵਾਦ। ਡੱਲਾ ਜੀ, ਬਹੁਤ ਹੀ ਅਹਿਮ ਸਵਾਲ ਨੇ ਜਿਨ੍ਹਾਂ ਦੇ ਉੱਪਰ ਪੜਤਾਲ ਕਰਾਂਗੇ। ਸਭ ਤੋਂ ਪਹਿਲਾ ਸਵਾਲ, ਬਹੁਤ ਹੀ ਚਰਚਾਵਾਂ ਹੋ ਰਹੀਆਂ ਨੇ ਕਿ ਭਗਵੰਤ ਮਾਨ ਹੁਣ ਨਰਿੰਦਰ ਮੋਦੀ ਦੇ ਰਾਹ ਤੇ ਚੱਲ ਪਏ ਨੇ। ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, 2-3 ਬੜੇ ਬੁੱਧੀਜੀਵੀ ਸੀ, ਉਹਨਾਂ ਦੇ ਨਾਲ ਮੇਰੀ ਗੱਲਬਾਤ ਹੋ ਰਹੀ ਸੀ ਸਵੇਰੇ, ਤੇ ਉਹਨਾਂ ਨੇ ਮੈਨੂੰ ਇਹ ਸ਼ਬਦ ਵਰਤੇ ਕਿ ਭਗਵੰਤ ਮਾਨ ਹੁਣ ਨਰਿੰਦਰ ਮੋਦੀ ਦੀ ਰਾਹ 'ਤੇ ਤੁਰ ਪਏ ਨੇ। ਨਰਿੰਦਰ ਮੋਦੀ ਦੀ ਵੀ ਜਿਹੜੀ ਸਿਆਸਤ ਹੈ ਅਸੀਂ ਦੇਖੀ 2014 'ਚ ਜਦੋਂ ਨਰਿੰਦਰ ਮੋਦੀ ਆਏ। ਨਰਿੰਦਰ ਮੋਦੀ ਨੇ ਵੀ ਕਰਪਸ਼ਨ ਦੇ ਖਿਲਾਫ ਉਦੋਂ ਵੱਡੀ ਲੜਾਈ ਲੜੀ, ਔਰ ਉਸ ਵੇਲੇ ਅੰਨਾ ਹਜ਼ਾਰੇ ਦਾ ਅੰਦੋਲਨ ਸੀ। ਕਾਂਗਰਸ 'ਤੇ ਕਰਪਸ਼ਨ ਦੇ ਇਲਜ਼ਾਮ ਬਹੁਤ ਲੱਗੇ ਸੀ। 2G ਘੁਟਾਲਾ, 3G ਘੁਟਾਲਾ, ਕਾਮਨਵੈਲਥ ਘੁਟਾਲਾ। ਹਾਲਾਂਕਿ ਉਹਦੇ 'ਚੋਂ ਕਈ ਘੁਟਾਲੇ ਤਾਂ ਸਾਬਤ ਵੀ ਨਹੀਂ ਹੋਏ, ਪਰ ਜਿਹੜੀ ਕਿਸੇ ਦੇ ਕਰਪਟ ਹੋਣ ਦੀ ਪਰਸੈਪਸ਼ਨ ਹੈ, ਕਿਸੇ ਦੇ ਕਰਪਟ ਹੋਣ ਦੀ, ਕਿਸੇ ਦੇ ਕਰਪਸ਼ਨ 'ਚ ਲਿਪਤ ਹੋਣ ਦੀ ਜਿਹੜੀ ਸੰਭਾਵਨਾ ਹੈ, ਸ਼ੱਕ ਹੈ, ਅਤੇ ਉਸ ਤੋਂ ਬਾਅਦ ਉਹਦੇ 'ਤੇ ਉਸੇ ਕਿਸਮ ਦੇ ਅਗਰ ਇਲਜ਼ਾਮ ਲੱਗ ਜਾਣ ਤੇ ਉਹਦਾ ਬਹੁਤ ਸਿਆਸੀ ਨੁਕਸਾਨ ਹੁੰਦਾ। ਸੋ ਨਰਿੰਦਰ ਮੋਦੀ ਨੇ ਜਿਹੜੀ ਕਰਪਸ਼ਨ ਦੇ ਖਿਲਾਫ ਆਪਣੀ ਇੱਕ ਇਮੇਜ ਰੱਖੀ, ਉਹਦੇ ਨਾਲ ਕਾਂਗਰਸ ਦਾ ਬਹੁਤ ਵੱਡਾ ਨੁਕਸਾਨ ਹੋਇਆ। ਹਾਲਾਂਕਿ ਕਾਂਗਰਸ 'ਚ ਡੀ ਰਾਜਾ ਵਰਗੇ ਲੀਡਰ ਪਹਿਲਾਂ ਜੇਲ੍ਹ 'ਚ ਵੀ ਗਏ ਸੀ, ਪਰ ਬਾਅਦ ਦੇ ਵਿੱਚ ਉਹ ਬਰੀ ਹੁੰਦੇ ਚਲੇ ਗਏ। ਕਨੀ ਮੋਈ ਬੀਬੀ ਜਿਹੜੀ ਕਿ ਕਿਸੇ ਹੋਰ ਪਾਰਟੀ ਨਾਲ ਸੰਬੰਧਿਤ ਸੀ, ਉਹ DMK ਨਾਲ ਸੰਬੰਧਿਤ ਸੀ ਉਸ ਵੇਲੇ, ਔਰ ਸੱਤਾਧਾਰੀ ਧਿਰ ਕਾਂਗਰਸ ਸੀ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ, ਉਹਨਾਂ ਦੇ ਨਾਲ ਮੰਤਰੀ ਸੀ ਕੇਂਦਰੀ, ਉਹ ਵੀ ਜੇਲ੍ਹ 'ਚ ਗਏ, ਉਹ ਵੀ ਬਾਅਦ 'ਚ ਬਰੀ ਹੋਏ। ਇਸੇ ਤਰ੍ਹਾਂ ਹੁਣ ਪੰਜਾਬ ਦੇ ਵਿੱਚ ਭਗਵੰਤ ਮਾਨ ਉਸੇ ਤਰਜ਼ 'ਤੇ ਕਰਪਸ਼ਨ ਦੇ ਖਿਲਾਫ ਇੱਕ ਲੜਾਈ ਲੜ ਰਹੇ ਨੇ, ਔਰ ਭਗਵੰਤ ਮਾਨ ਨੇ ਕਰਪਸ਼ਨ ਦਾ ਹੈਲਪਲਾਈਨ ਨੰਬਰ ਸ਼ੁਰੂ ਕੀਤਾ, ਵਿਜੀਲੈਂਸ ਬਿਊਰੋ ਨੂੰ ਤਕੜਾ ਕੀਤਾ। ਅੱਜ ਸਥਿਤੀ ਇਹ ਹੈ ਕਿ ਪੰਜਾਬ ਦਾ ਵਿਜੀਲੈਂਸ ਬਿਊਰੋ ਬਹੁਤ ਇੱਕ ਮਜ਼ਬੂਤ ਪੁਲਿਸ ਡਿਪਾਰਟਮੈਂਟ ਦੇ ਤੌਰ ਦੇ ਉੱਤੇ ਨਜ਼ਰ ਆ ਰਿਹਾ ਹੈ, ਔਰ ਜਿਸ ਤਰ੍ਹਾਂ ਨਾਲ ਮੰਤਰੀ ਹਾਈ ਕੋਰਟ 'ਚ ਜਾ ਰਹੇ ਨੇ, ਪਹਿਲਾਂ ਹੀ ਸ਼ੱਕ ਨਾਲ, ਡਰ ਨਾਲ ਵੀ ਸਾਨੂੰ ਤੁਰੰਤ ਗ੍ਰਿਫਤਾਰੀ ਨਾ ਹੋ ਜਾਏ, ਸਾਨੂੰ ਵੀ ਜਾਂਚ 'ਚ ਸ਼ਾਮਲ ਕੀਤਾ ਜਾਵੇ। ਉਹਦੇ ਤੋਂ ਇਹ ਪਤਾ ਲੱਗਦਾ ਹੈ ਕਿ ਵਿਜੀਲੈਂਸ ਬਿਊਰੋ ਜਦੋਂ ਨਿਰਪੱਖਤਾ ਦੇ ਨਾਲ ਕਿਸੇ ਮਾਮਲੇ ਦੀ ਜਾਂਚ ਕਰਨ ਵਾਲੇ ਪਾਸੇ ਤੁਰੇ, ਤੇ ਜਿਹੜੇ ਲੋਕ ਸ਼ੱਕੀ ਨੇ ਉਹਨਾਂ 'ਤੇ ਕਿਸ ਕਦਰ ਖੌਫ ਬੈਠ ਜਾਂਦਾ ਹੈ। ਹੁਣ ਵਿਜੀਲੈਂਸ ਬਿਊਰੋ ਤੁਸੀਂ ਦੇਖੋ, ਸਾਧੂ ਸਿੰਘ ਧਰਮਸੋਤ ਨੂੰ ਅਰੈਸਟ ਕੀਤਾ ਵਿਜੀਲੈਂਸ ਬਿਊਰੋ ਨੇ। ਹਾਲਾਂਕਿ ਉਹ ਪਹਿਲਾਂ 3 ਦਿਨ ਦਾ ਪੁਲਿਸ ਰਿਮਾਂਡ ਉਹਨਾਂ ਦਾ ਮਿਲਿਆ, ਫਿਰ ਪੁਲਿਸ ਰਿਮਾਂਡ 'ਤੇ ਆਏ, ਫਿਰ ਜੁਡੀਸ਼ੀਅਲ ਰਿਮਾਂਡ 'ਤੇ ਚਲੇ ਗਏ। ਹੁਣ ਕੱਲ੍ਹ ਉਹਨਾਂ ਨੂੰ ਨਾਭਾ ਜੇਲ੍ਹ ਭੇਜ ਦਿੱਤਾ ਗਿਆ। ਨਾਭਾ 10 ਸਾਲ ਉਹ ਵਿਧਾਇਕ ਰਹੇ ਨੇ ਸਾਧੂ ਸਿੰਘ ਧਰਮਸੋਤ, 2 ਵਾਰੀ ਉਸ ਹਲਕੇ ਤੋਂ ਜਿੱਥੇ ਨਾਭਾ ਪੈਂਦਾ ਹੈ। ਹੁਣ ਵਿਜੀਲੈਂਸ ਬਿਊਰੋ ਨੇ, ਕਿਉਂਕਿ ਸਾਧੂ ਸਿੰਘ ਧਰਮਸੋਤ ਦੀ ਜਾਂਚ ਚੱਲ ਰਹੀ ਹੈ, ਇਸੇ ਤਰ੍ਹਾਂ ਵਿਜੀਲੈਂਸ ਬਿਊਰੋ ਵੱਲੋਂ ਮੰਡੀਆਂ ਦੇ ਟੈਂਡਰਾਂ ਦੇ ਸ਼ੱਕ ਤੇ ਘੁਟਾਲੇ ਦੇ ਸ਼ੱਕ 'ਚ ਜਾਂਚ ਚੱਲ ਰਹੀ ਹੈ। ਇਸੇ ਤਰ੍ਹਾਂ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਮੰਤਰੀ ਨੇ ਪੰਜਾਬ ਦੇ, ਪੇਂਡੂ ਤੇ ਪੰਚਾਇਤ ਮੰਤਰੀ ਹੈ, ਉਹਨਾਂ ਨੇ ਇੱਕ ਸਾਬਕਾ ਮੰਤਰੀ ਤ੍ਰਿਪਤ ਬਾਜਵਾ 'ਤੇ ਸਵਾਲ ਖੜ੍ਹੇ ਕੀਤੇ ਸੀ। ਹਾਲਾਂਕਿ ਕਿਹਾ ਜਾਂਦਾ ਹੈ ਕਿ ਵਿਜੀਲੈਂਸ ਬਿਊਰੋ ਉਹਨਾਂ ਸਾਰੇ ਮਹਿਕਮਿਆਂ 'ਚ, ਪੰਚਾਇਤਾਂ ਨਾਲ ਸੰਬੰਧਿਤ ਕਈ ਮਾਮਲਿਆਂ 'ਚ ਵਿਜੀਲੈਂਸ ਬਿਊਰੋ ਜਾਂਚ ਆਰੰਭ ਰਿਹਾ। ਹਾਲਾਂਕਿ ਤ੍ਰਿਪਤ ਬਾਜਵਾ 'ਤੇ ਜਿਹੜੇ ਇਲਜ਼ਾਮ ਲਾਏ ਸੀ ਕੁਲਦੀਪ ਢਾਲੀਵਾਲ ਨੇ, ਉਹ ਤਾਂ ਤ੍ਰਿਪਤ ਬਾਜਵਾ ਨੇ ਰੱਦ ਕਰਤੇ ਸੀ। ਉਹ ਕਹਿੰਦੇ ਕਿਸੇ ਸਿਟਿੰਗ ਜੱਜ ਤੋਂ ਜਾਂਚ ਕਰਾਓ, ਮੈਂ ਤਿਆਰ ਹਾਂ, ਮੈਂ ਕੁਝ ਵੀ ਗਲਤ ਨਹੀਂ ਕੀਤਾ। ਪਰ ਵਿਜੀਲੈਂਸ ਬਿਊਰੋ ਕੋਲੇ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਨੇ, ਬਕਾਇਆ ਨੇ। ਅਕਾਲੀ ਸਰਕਾਰ ਵੇਲੇ ਦੇ, ਕਾਂਗਰਸ ਸਰਕਾਰ ਵੇਲੇ ਦੇ ਕਈ ਘੁਟਾਲੇ ਨੇ ਜਿਹੜੇ, ਜਿਨ੍ਹਾਂ ਦੀਆਂ ਜਾਂਚ ਰੁਕ ਗਈਆਂ ਸੀ, ਉਹ ਸਾਰੇ ਪੈਂਡਿੰਗ ਨੇ ਵਿਜੀਲੈਂਸ ਬਿਊਰੋ ਕੋਲੇ। ਹੁਣ ਕਈ ਪੁਰਾਣੇ ਅਕਾਲੀ ਲੀਡਰ ਵੀ ਜਿਨ੍ਹਾਂ ਦੇ ਕਈ ਘੁਟਾਲਿਆਂ 'ਚ ਨਾਂ ਬੋਲਦੇ ਸੀ, ਉਹ ਵੀ ਚਿੰਤਤ ਨੇ। ਹੁਣ ਉਹ ਸਾਬਕਾ ਹੋ ਗਏ, ਹੁਣ ਉਹਨਾਂ 'ਚੋਂ ਬਹੁਤੇ ਨਾ ਮੰਤਰੀ ਨੇ ਨਾ ਵਿਧਾਇਕ ਨੇ, ਸਾਬਕਾ ਹੀ ਨੇ। ਇਸੇ ਤਰ੍ਹਾਂ ਪਿਛਲੇ ਕਾਂਗਰਸ ਸਰਕਾਰ ਦੇ ਜਿਹੜੇ ਕਈ ਸਾਬਕਾ ਮੰਤਰੀ, ਹੋਰ ਜ਼ਮੀਨ ਦਾ ਸ਼ੱਕ ਸੀ ਜਿਹੜਾ ਇੰਡਸਟਰੀ ਨਾਲ ਜੁੜੀ ਹੋਈ, ਉਸ ਮਾਮਲੇ 'ਚ ਜਾਂਚ ਵਿਜੀਲੈਂਸ ਬਿਊਰੋ ਨੇ ਆਰੰਭ ਤੀ। ਫਿਰ ਰੇਤਾ ਬਜਰੀ, ਇਸ ਮਾਮਲੇ 'ਚ ਵੀ ਕਹਿੰਦੇ ਵਿਜੀਲੈਂਸ ਬਿਊਰੋ ਫਾਈਲਾਂ ਦੀ ਫਰੋਲਾ ਫਰਾਲੀ ਕਰ ਰਿਹਾ। ਔਰ ਵਿਜੀਲੈਂਸ ਬਿਊਰੋ ਦੀ ਸਥਿਤੀ ਇਹ ਹੈ ਕਿ ਵੱਡੇ ਵੱਡੇ ਅਫਸਰ ਜਿਹੜੇ ਵਿਜੀਲੈਂਸ ਬਿਊਰੋ ਦੇ ਵਿੱਚ ਨੇ, ਉਹ ਬਹੁਤ ਮੁਸਤੈਦੀ ਦੇ ਨਾਲ ਵਿਜੀਲੈਂਸ ਬਿਊਰੋ ਦੀ ਜਾਂਚ ਨੂੰ ਅੱਗੇ ਵਧਾ ਰਹੇ ਨੇ, ਕਿਉਂਕਿ ਉਹ ਮਹਿਸੂਸ ਕਰ ਰਹੇ ਨੇ ਕਿ ਅਗਰ ਅਸੀਂ ਵਿਜੀਲੈਂਸ ਬਿਊਰੋ ਦੇ ਵਿੱਚ ਜਾਂਚ ਮੁਕੰਮਲ ਨਾ ਕੀਤੀ ਤਾਂ ਕਿਤੇ ਭਗਵੰਤ ਮਾਨ ਸਾਨੂੰ ਖੁੱਡੇ ਲਾਈਨ ਨਾ ਲਾ ਦੇਣ। ਕਿਉਂਕਿ ਭਗਵੰਤ ਮਾਨ ਨੇ ਜਿਨ੍ਹਾਂ ਅਫਸਰਾਂ ਨੂੰ ਵਿਜੀਲੈਂਸ ਬਿਊਰੋ ਦੀ ਕਮਾਂਡ ਦਿੱਤੀ ਹੈ ਜਾਂ ਜਿਹੜੇ ਤੈਨਾਤ ਕੀਤੇ ਨੇ, ਉਹਨਾਂ ਸਾਰਿਆਂ ਦੀ ਵੀ ਇਹ ਦਬਾਅ ਹੈ ਕਿ ਉਹਨਾਂ ਨੇ ਆਊਟਪੁੱਟ ਦੇਣੀ ਹੈ, ਕਿਉਂਕਿ ਭਗਵੰਤ ਮਾਨ ਕਿਸੇ ਤਰ੍ਹਾਂ ਵੀ ਕਰਪਸ਼ਨ 'ਤੇ ਸਮਝੌਤਾ ਕਰਨ ਲਈ ਤਿਆਰ ਨਹੀਂ ਹੈ। ਈਮਾਨਦਾਰੀ
ਭਗਵੰਤ ਮਾਨ ਦੀ ਕਿਸੇ ਨੂੰ ਉਹਦੇ ਤੇ ਸ਼ੱਕ ਨਹੀਂ। ਮੈਂਬਰ ਪਾਰਲੀਮੈਂਟ ਰਹੇ ਨੇ, 2 ਵਾਰ ਅਸਤੀਫਾ ਦਿੱਤਾ, ਦੂਜੀ ਵਾਰੀ। ਸੋ ਕੱਦ ਭਗਵੰਤ ਮਾਨ ਦਾ ਇਮਾਨਦਾਰ ਲੀਡਰ ਦੇ ਤੌਰ ਤੇ ਤਕੜਾ ਹੈ, ਜਿਵੇਂ ਨਵਜੋਤ ਸਿੰਘ ਸਿੱਧੂ ਇੱਕ ਇਮਾਨਦਾਰ ਲੀਡਰ ਹੈ, ਸਾਰੇ ਜਾਣਦੇ ਨੇ। ਔਰ ਹੁਣ ਜੋ ਕੁਝ ਵਾਪਰ ਰਿਹਾ, ਵਿਜੀਲੈਂਸ ਬਿਊਰੋ 'ਚ ਜਿਵੇਂ ਫਾਈਲਾਂ ਖੁੱਲ੍ਹ ਰਹੀਆਂ ਨੇ, ਲੀਡਰ ਕਾਂਗਰਸ ਦੇ ਕਈ ਘਬਰਾਏ ਫਿਰਦੇ ਨੇ, ਤੇ ਫਿਰ ਗੱਲ ਚੇਤੇ ਆ ਜਾਂਦੀ ਨਵਜੋਤ ਸਿੰਘ ਸਿੱਧੂ ਜਦੋਂ ਕਹਿੰਦਾ ਸੀ ਵੀ ਕੈਪਟਨ ਅਮਰਿੰਦਰ ਜੀ ਕਾਰਵਾਈਆਂ ਕਰੋ ਕਰਪਟ ਲੋਕਾਂ ਤੇ, 75-25 ਚੋਂ ਬਾਹਰ ਆਓ। ਅੱਜ ਵਿਜੀਲੈਂਸ ਬਿਊਰੋ ਦੀਆਂ ਕਾਰਵਾਈਆਂ ਤੋਂ ਵੀ ਇਹ ਗੱਲ ਫਿਰ ਸਾਬਤ ਹੋ ਗਈ ਕਿ 75-25 ਚੱਲਦਾ ਸੀ, ਔਰ ਇਹੀ ਨਵਜੋਤ ਸਿੰਘ ਸਿੱਧੂ ਦੀ ਨਾਰਾਜ਼ਗੀ ਸੀ। ਔਰ ਅੱਜ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਧਰਮ ਪਤਨੀ ਦਾ ਜਨਮ ਦਿਨ ਹੈ, ਔਰ ਉਹਨਾਂ ਨੇ ਜਿਹੜੀ ਪੋਸਟ ਸਾਂਝੀ ਕੀਤੀ ਹੈ ਉਹਦੇ 'ਚ ਫਿਰ ਉਹਨਾਂ ਨੇ ਆਪਣੇ ਦਿਲ ਦੇ ਦੁੱਖ ਦਾ ਪ੍ਰਗਟਾਵਾ ਕੀਤਾ। ਔਰ ਅੱਜ ਵੀ ਨਵਜੋਤ ਸਿੰਘ ਸਿੱਧੂ ਨੇ ਉਹ ਦੁੱਖ ਚਿੰਤਾ ਬਿਆਨ ਕੀਤੀ ਹੈ ਕਿ ਬੇਕਸੂਰ ਸੀ ਨਵਜੋਤ ਸਿੰਘ ਸਿੱਧੂ, ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਪੋਸਟ ਹੈ ਉਹ ਇੱਕ ਪਤਨੀ ਦਾ ਆਪਣੇ ਪਤੀ ਪ੍ਰਤੀ ਇੱਕ ਦਰਦ ਹੈ ਜਿਹੜਾ ਕਿ ਇਮਾਨਦਾਰ ਸੀ ਨਵਜੋਤ ਸਿੰਘ ਸਿੱਧੂ। ਉਹ ਕਹਿੰਦੇ ਮੈਨੂੰ ਸਾਰੇ ਮਾਮਲੇ ਦਾ ਦੱਸਿਆ ਸੀ, ਮੈਨੂੰ ਪਤਾ ਸੀ ਕਿ ਉਹ ਬੇਕਸੂਰ ਹੈ। ਔਰ ਸ਼ੱਕ ਸ਼ਬਦਾਂ 'ਚ ਉਹਨਾਂ ਨੇ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਨੇ। ਲੋਕ ਸਮਝਦੇ ਆ ਸਾਰੀ ਗੱਲ, ਕਈ ਗੱਲਾਂ ਬਿਨਾਂ ਕਹੇ ਲੋਕ ਸਮਝ ਜਾਂਦੇ ਵੀ ਨਵਜੋਤ ਸਿੰਘ ਸਿੱਧੂ ਜੇਲ੍ਹ 'ਚ ਹੈ। ਕਿਉਂ ਜੇਲ੍ਹ 'ਚ ਹੈ ਇਹ ਵੀ ਲੋਕ ਸਮਝ ਜਾਂਦੇ ਆ। ਐਵੇਂ ਨਹੀਂ ਸਾਡੇ 4 ਜੱਜਾਂ ਨੇ ਸੁਪਰੀਮ ਕੋਰਟ ਦਿਆਂ ਨੇ ਪ੍ਰੈਸ ਕਾਨਫਰੰਸ ਕਰਤੀ ਸੀ। ਸਾਡੇ ਸੁਪਰੀਮ ਕੋਰਟ ਦੇ 4 ਜੱਜਾਂ ਦੀ ਪ੍ਰੈਸ ਕਾਨਫਰੰਸ ਮੈਨੂੰ ਯਾਦ ਆ ਜਾਂਦੀ। ਜੱਜਾਂ ਨੂੰ ਜਿਹੜੀ ਗੱਲ ਪ੍ਰੈਸ ਕਾਨਫਰੰਸ ਕਰਕੇ ਕਹਿਣੀ ਪਈ, ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਕਈ ਮਾਮਲੇ ਜਿਹੜੇ ਨੇ ਉਹਨਾਂ ਤੇ ਸਵਾਲ ਖੜੇ ਹੋ ਜਾਂਦੇ ਨੇ। ਸੋ ਹੁਣ ਜੇ ਮੈਂ ਮੂਲ ਸਵਾਲ 'ਚ ਹੀ ਵਾਪਸ ਆਵਾਂ ਤੇ ਨਵਜੋਤ ਸਿੰਘ ਸਿੱਧੂ ਜੋ ਕਹਿ ਰਿਹਾ ਸੀ ਪਿਛਲੇ 5 ਸਾਲਾਂ 'ਚ, ਅਗਰ ਇਹੀ ਕੰਮ ਕੈਪਟਨ ਅਮਰਿੰਦਰ ਨੇ ਕੀਤਾ ਹੁੰਦਾ ਤੇ ਅੱਜ ਸਥਿਤੀਆਂ ਹੋਰ ਹੋਣੀਆਂ ਸੀ। ਤੇ ਹੁਣ ਨਰਿੰਦਰ ਮੋਦੀ ਦੀ ਸਰਕਾਰ ਨੇ ਕਿੰਨੀਆਂ ਸਟੇਟਾਂ ਜਿੱਤ ਲੀਆਂ ਕਾਂਗਰਸ ਨੂੰ ਕਰਪਟ ਕਹਿ ਕੇ। ਹੁਣ ਸੰਗਰੂਰ ਦੀ ਜ਼ਿਮਨੀ ਚੋਣ ਹੈ, ਹੁਣ ਭਗਵੰਤ ਮਾਨ ਜੀ ਨੇ ਵੀ ਪੂਰਾ ਅਟੈਕ ਕਰ ਰੱਖਿਆ ਕਾਂਗਰਸੀਆਂ ਤੇ। ਸਾਧੂ ਸਿੰਘ ਧਰਮਸੋਤ ਭੇਜ ਤੇ ਭਾਸ਼ਣ ਦੇ ਰਹੇ ਸੀ ਭਗਵੰਤ ਮਾਨ ਜਦੋਂ ਬੱਸਾਂ ਦਾ ਉਦਘਾਟਨ ਸੀ, ਤੇ ਉਹਨਾਂ ਨੇ ਚੈਸੀਆਂ ਦੀ ਗੱਲ ਛੇੜਤੀ। ਭਗਵੰਤ ਮਾਨ ਸਾਹਿਬ ਨੇ ਵੀ ਹਜੇ ਤਾਂ ਬੱਸਾਂ ਦੀਆਂ, ਕਿਉਂਕਿ ਬੱਸ ਚੱਲਣੀ ਸੀ, ਬੱਸ ਚਲਾਈ ਹੈ ਇੰਦਰਾ ਗਾਂਧੀ ਹਵਾਈ ਅੱਡੇ ਤੱਕ, ਤੇ ਉਹ ਕਹਿੰਦੇ ਵੀ ਪਹਿਲਾਂ ਕਿਉਂ ਨਹੀਂ ਚੱਲ ਸਕੀਆਂ। ਹਾਲਾਂਕਿ ਸੂਤਰ ਦੱਸਦੇ ਨੇ ਵੀ 2018 ਤੋਂ ਪਹਿਲਾਂ ਚੱਲੀਆਂ ਸੀ, ਪਰ ਫਿਰ ਕਿਉਂ ਬੰਦ ਹੋ ਗਈਆਂ, ਇਹ ਵੱਡੀ ਗੱਲ ਹੈ। ਤੇ ਭਗਵੰਤ ਮਾਨ ਕਹਿੰਦੇ ਵੀ ਇਹ ਕਿਉਂਕਿ ਇਹ ਹਿੱਸੇਦਾਰੀਆਂ ਸੀ 75-25, ਨਾ ਤਾਂ ਨਹੀਂ ਲਿਆ ਉਹਨਾਂ ਨੇ 75-25, ਪਰ ਉਹ ਕਹਿੰਦੇ ਪਿਛਲੇ ਆਪਸ 'ਚ ਹੀ ਕਰੀ ਜਾਂਦੇ ਸੀ ਰਲ ਮਿਲ ਕੇ ਕੰਮ। ਉਹਨਾਂ ਨੇ ਇਸ਼ਾਰਾ ਇਹ ਕੀਤਾ। ਇਹਦਾ ਮਤਲਬ ਹੈ ਸੰਗਰੂਰ ਜ਼ਿਮਨੀ ਚੋਣ 'ਚ ਵੀ ਭਗਵੰਤ ਮਾਨ ਇਸ ਮੁੱਦੇ ਨੂੰ, ਸੰਗਰੂਰ ਜ਼ਿਮਨੀ ਚੋਣ ਦਾ ਮਾਹੌਲ ਹੈ, ਪ੍ਰਚਾਰ ਹੋ ਰਿਹਾ, ਔਰ ਕਾਂਗਰਸ ਦਾ ਪ੍ਰਧਾਨ ਉੱਥੇ ਮੈਦਾਨ 'ਚ ਨਿਕਲਿਆ ਹੋਇਆ, ਅਗਵਾਈ ਕਰ ਰਿਹਾ ਕਾਂਗਰਸ ਦੀ। ਔਰ ਟਰਾਂਸਪੋਰਟ ਮੰਤਰੀ ਪਿਛਲੀ ਵਾਰੀ ਰਾਜਾ ਵੜਿੰਗ ਸੀ। ਹਾਲਾਂਕਿ ਰਾਜਾ ਵੜਿੰਗ ਨੇ ਕੋਸ਼ਿਸ਼ ਇਹ ਜ਼ਰੂਰ ਕੀਤੀ ਹੈ ਕਿ ਬੱਸਾਂ ਦਿੱਲੀ ਹਵਾਈ ਅੱਡੇ ਤੱਕ ਜਾਣ। ਉਹਨਾਂ ਨੇ ਚਿੱਠੀ ਵੀ ਕੇਜਰੀਵਾਲ ਸਾਹਿਬ ਨੂੰ ਲਿਖੀ, ਟਵੀਟ ਵੀ ਕੀਤੇ, ਸਮਾਂ ਵੀ ਮੰਗਿਆ। ਉਹ ਗੱਲ ਵੱਖਰੀ ਹੈ ਕਿ ਉਦੋਂ ਦਿੱਲੀ 'ਚ ਬੱਸਾਂ ਕਿਉਂ ਨਹੀਂ ਜਾ ਸਕੀਆਂ, ਉਹ ਤਾਂ ਜਾਂ ਕੇਜਰੀਵਾਲ ਸਾਹਿਬ ਜਾਣਦੇ ਆ ਜਾਂ ਰਾਜਾ ਵੜਿੰਗ ਜਾਣਦੇ ਆ। ਪਰ ਭਗਵੰਤ ਮਾਨ ਨੇ ਜ਼ਰੂਰ ਕਹਿਤਾ ਕਿ ਜਿਹੜੀਆਂ ਪਿਛਲੀ ਵਾਰੀ ਚੈਸੀਆਂ ਦਾ ਮਸਲਾ ਸੀ ਉਹ ਵੀ ਅਸੀਂ ਦੇਖ ਰਹੇ ਹਾਂ। ਇਹਦਾ ਮਤਲਬ ਹੈ ਕਿ ਭਗਵੰਤ ਮਾਨ ਇਹ ਕਹਿਣਾ ਚਾਹ ਰਹੇ ਨੇ ਕਿ ਚੈਸੀਆਂ ਦੇ ਮਾਮਲੇ 'ਚ, ਚੈਸੀ ਖਰੀਦ 'ਚ ਬੱਸਾਂ ਖਰੀਦੀਆਂ ਗਈਆਂ ਸੀ ਬਹੁਤ ਜ਼ਿਆਦਾ। ਭਗਵੰਤ ਮਾਨ ਇਸ਼ਾਰਿਆਂ 'ਚ ਕਹਿ ਰਹੇ ਨੇ ਕਿ ਬੱਸਾਂ ਖਰੀਦੀਆਂ ਗਈਆਂ, ਉਹਦੇ ਵਿੱਚ ਵੀ ਕਰਪਸ਼ਨ ਹੋਈ ਹੈ, ਅਸੀਂ ਦੇਖ ਰਹੇ ਹਾਂ। ਇਹਦਾ ਮਤਲਬ ਹੈ ਉਹ ਇਹ ਸੰਕੇਤ ਦੇਣਾ ਚਾਹੁੰਦੇ ਨੇ ਵੀ ਰਾਜਾ ਵੜਿੰਗ ਜੀ ਤੁਸੀਂ ਸੰਗਰੂਰ 'ਚ ਐਕਟਿਵ ਹੋ ਤੇ ਅਸੀਂ ਆਹ ਗੱਲ ਸੰਗਰੂਰ 'ਚ ਕਰਾਂਗੇ, ਜੋ ਉਹਨਾਂ ਦੇ ਮੰਤਰੀ ਨੇ ਕੀਤੀ ਵੀ ਹੈ। ਕੱਲ੍ਹ ਲਾਲਜੀਤ ਸਿੰਘ ਭੁੱਲਰ ਜਿਹੜੇ ਟਰਾਂਸਪੋਰਟ ਮੰਤਰੀ ਹੈ, ਪਰਸੋਂ ਸੰਗਰੂਰ 'ਚ ਸੀ ਪ੍ਰਚਾਰ 'ਚ, ਔਰ ਮੇਰੇ ਕੋਲੇ ਅਖਬਾਰ ਪਿਆ ਇੱਕ ਪੰਜਾਬੀ ਦਾ, ਉਹਦੇ ਵਿੱਚ ਬਿਆਨ ਛਪਿਆ ਟਰਾਂਸਪੋਰਟ ਮੰਤਰੀ ਦਾ। ਉਹ 'ਚ ਕਹਿੰਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ, ਇਹ ਛਪਿਆ ਉਹ ਅਖਬਾਰ ਪੰਜਾਬੀ 'ਚ, ਕਹਿੰਦੇ ਰਾਜਾ ਵੜਿੰਗ ਦੇ ਮੰਤਰੀ ਹੁੰਦਿਆਂ ਬੱਸਾਂ ਦੀਆਂ ਬਾਡੀਆਂ ਦੇ ਹੋਏ ਘਪਲੇ ਦੀ ਹੋਵੇਗੀ ਜਾਂਚ। ਹੁਣ ਹੋਵੇਗੀ ਜਾਂ ਹੋ ਰਹੀ ਹੈ ਇਹ ਤਾਂ ਉਹੀ ਦੱਸ ਸਕਦੇ ਨੇ, ਪਰ ਉਹਨਾਂ ਨੇ ਕਰਪਸ਼ਨ ਦੇ ਇਲਜ਼ਾਮਾਂ ਨੂੰ ਸਿਆਸੀ ਟੂਲ ਬਣਾ ਲਿਆ, ਵਰਤ ਲਿਆ ਸਿਆਸੀ ਤੌਰ 'ਤੇ, ਜਿਵੇਂ ਮੋਦੀ ਸਾਹਿਬ ਵੀ ਵਰਤਦੇ ਰਹੇ ਕਾਂਗਰਸ ਦੇ ਖਿਲਾਫ। ਸੋ ਇਸ ਕਰਕੇ ਇਹ ਜਿਹੜੀ ਸਿਆਸਤ ਹੈ ਇਹ ਇਸ ਤਰ੍ਹਾਂ ਦੀ ਹੁਣ ਚੱਲ ਰਹੀ ਹੈ। ਔਰ ਸੰਗਰੂਰ ਦੀ ਜ਼ਿਮਨੀ ਚੋਣ 'ਚ ਇਹਨਾਂ ਚੀਜ਼ਾਂ ਤੋਂ ਇਲਾਵਾ ਮੈਂ ਤੁਹਾਨੂੰ ਇਹ ਦੱਸ ਦਿੰਦਾ, ਇਹੋ ਜਿਹੀ ਗੱਲ ਨਹੀਂ ਵੀ ਸੰਗਰੂਰ ਦੀ ਜ਼ਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਆ ਜੋ ਉਸ ਸਥਿਤੀ 'ਤੇ ਬੈਠੀ ਹੈ ਜਿੱਥੇ ਪਹਿਲਾਂ ਬੈਠੀ ਸੀ 6 ਮਹੀਨੇ, ਬੜੀ ਫਸਵੀਂ ਟੱਕਰ ਹੈ।
ਕੋਈ ਪਾਰਟੀ, ਮਨਦੀਪ ਜੀ, ਮੇਰੀ ਨਜ਼ਰ 'ਚ ਕਿਸੇ ਵੀ ਪਾਰਟੀ ਨੂੰ ਇਹ ਵਹਿਮ ਨਹੀਂ ਰੱਖਣਾ ਚਾਹੀਦਾ ਅਸੀਂ ਜਿੱਤ ਜਾਵਾਂਗੇ, ਕਿਉਂਕਿ ਲੋਕ ਬੜੇ ਸਿਆਣੇ ਆ। ਲੋਕ ਬਹੁਤ ਚੀਜ਼ਾਂ ਦਾ ਕੱਪੜ ਛਾਣ ਕਰਦੇ ਨੇ, ਬਹੁਤ ਲੋਕ ਚੀਜ਼ਾਂ ਨੂੰ ਬਰੀਕੀ ਤੱਕ ਜਾਣਦੇ ਨੇ। ਮੈਂ ਕਹਿਣਾ ਨਹੀਂ ਚਾਹੁੰਦਾ, ਕਈ ਲੋਕਾਂ ਨਾਲ ਮੇਰੀ ਉੱਥੇ ਗੱਲਬਾਤ ਹੋਈ ਆ, ਉਹਨਾਂ ਦੀ ਸੋਚ ਅੱਜ ਕੀ ਆ, ਮੈਂ ਕਹਿਣਾ ਨਹੀਂ ਚਾਹੁੰਦਾ, ਫਿਰ ਐਂ ਲੱਗੂਗਾ ਵੀ ਮੈਂ ਇੱਕ ਪਾਸੜ ਗੱਲ ਕਰ ਰਿਹਾ। ਪਰ ਮੈਂ ਇੰਨਾ ਜ਼ਰੂਰ ਕਹਿ ਦਿੰਦਾ ਕਿ ਸੰਗਰੂਰ ਦੀ ਟੱਕਰ ਫਸਵੀਂ ਹੈ। ਇਹ ਟੱਕਰ ਫਸਣੀ ਕਿਹਦੇ 'ਚ ਹੈ, ਇਹ ਵੀ ਲੋਕਾਂ ਨੂੰ ਪਤਾ ਹੈ। ਉੱਥੇ ਸਿਮਰਜੀਤ ਸਿੰਘ ਮਾਨ ਨੂੰ ਵੀ ਆਪਾਂ ਕਮਜ਼ੋਰ ਨਾ ਸਮਝੀਏ, ਜੋ ਗਰਾਊਂਡ ਰਿਪੋਰਟਾਂ ਨੇ। ਅਗਰ ਕਾਂਗਰਸ ਤਕੜੀ ਹੈ, ਅਕਾਲੀ ਦਲ ਤਕੜਾ ਹੈ, ਬੀਜੇਪੀ ਤਕੜੀ ਹੈ, ਕਿਉਂਕਿ ਉਹ ਪੂਰੇ ਜ਼ੋਰ ਸ਼ੋਰ 'ਚ ਲੱਗੇ ਨੇ। ਅਗਰ ਆਮ ਆਦਮੀ ਪਾਰਟੀ ਸੱਤਾ 'ਚ ਹੈ, ਜ਼ਿਮਨੀ ਚੋਣਾਂ 'ਚ ਸੱਤਾ ਦਾ ਦਬਦਬਾ ਰਹਿੰਦਾ ਹੈ, ਤੇ ਸਿਮਰਜੀਤ ਸਿੰਘ ਮਾਨ ਵੀ ਇਸ ਵਾਰ ਕਮਜ਼ੋਰ ਨਹੀਂ ਦੇਖਣਾ ਚਾਹੀਦਾ। ਆਜ਼ਾਦ ਵੀ ਉੱਥੇ 2-3 ਬੜੇ ਪ੍ਰਭਾਵੀ ਤੌਰ 'ਤੇ ਪ੍ਰਚਾਰ ਕਰ ਰਹੇ ਨੇ। ਸੋ ਬੜੀ ਫਸਵੀਂ ਟੱਕਰ ਹੈ ਮਨਦੀਪ ਜੀ ਇਸ ਵਾਰ ਉੱਥੇ। ਪਰ ਹਾਂ, ਜਿਹੜਾ ਇਹ ਮਸਲਾ ਹੈ ਕਰਪਸ਼ਨ ਦੇ ਖਿਲਾਫ ਲੜਾਈ ਦਾ, ਭਗਵੰਤ ਮਾਨ ਨੇ, ਇਹਦੇ ਕਰਕੇ ਭਗਵੰਤ ਮਾਨ ਦੀ ਇਮੇਜ ਬਹੁਤ ਸਾਫ਼ ਹੈ ਔਰ ਭਗਵੰਤ ਮਾਨ ਦਾ ਕੱਦ ਬਹੁਤ ਵੱਡਾ ਹੈ। ਪਰ ਧੂਰੀ 'ਚ ਇੱਥੋਂ ਤੱਕ ਵੀ ਕਈ ਲੋਕ ਜਿਹੜੇ ਨੇ ਉਹ ਥੋੜ੍ਹੇ ਜਿਹੇ ਨਾਖੁਸ਼ ਨੇ ਕਿ ਭਗਵੰਤ ਮਾਨ ਜ਼ਿਆਦਾ ਸਰਗਰਮ ਨਹੀਂ ਧੂਰੀ 'ਚ, ਜਿੱਤਣ ਤੋਂ ਬਾਅਦ ਜ਼ਿਆਦਾ ਸਮਾਂ ਨਹੀਂ ਦੇ ਸਕੇ ਧੂਰੀ 'ਚ। ਹੁਣ ਆਉਂਦੇ ਦਿਨਾਂ 'ਚ ਤਾਂ ਮੈਨੂੰ ਲੱਗਦਾ ਹੈ ਬੱਸਾਂ ਦਾ ਉਦਘਾਟਨ ਹੋ ਗਿਆ, ਬੱਸਾਂ ਚਲੀਆਂ ਗਈਆਂ ਦਿੱਲੀ। ਹੁਣ ਭਗਵੰਤ ਮਾਨ ਆਉਂਦੇ ਦਿਨਾਂ 'ਚ ਰੋਡ ਸ਼ੋਅ ਵਗੈਰਾ ਤਾਂ ਕਰਨਗੇ ਹੀ। ਚਲੋ ਇਹ ਵੱਖਰਾ ਵਿਸ਼ਾ, ਉਹਨਾਂ ਦੀ ਪਾਰਟੀ ਦਾ ਵਿਸ਼ਾ ਹੈ। ਪਰ ਸੰਗਰੂਰ 'ਚ ਮੁਕਾਬਲਾ ਫਸਵਾਂ ਬਣਿਆ ਪਿਆ। ਪਰ ਆਮ ਆਦਮੀ ਪਾਰਟੀ ਮੋਦੀ ਸਾਹਿਬ ਦੀ ਰਾਹ 'ਤੇ ਤੁਰ ਪਏ ਔਰ ਕਰੜੀ ਚੁਣੌਤੀ ਕਾਂਗਰਸ ਨੂੰ ਮਿਲ ਰਹੀ ਹੈ। ਸੋ ਡੱਲਾ ਜੀ, ਅੱਜ ਅਰਵਿੰਦ ਕੇਜਰੀਵਾਲ ਦੇ ਵੱਲੋਂ ਬੜਾ ਜ਼ਬਰਦਸਤ ਭਾਸ਼ਣ ਦਿੱਤਾ ਗਿਆ ਬੱਸਾਂ ਦੇ ਉਦਘਾਟਨ ਦੇ ਮੌਕੇ। ਕਿਸ ਤਰ੍ਹਾਂ ਦੇਖਦੇ ਹੋ ਅਰਵਿੰਦ ਕੇਜਰੀਵਾਲ ਦੇ ਇਸ ਭਾਸ਼ਣ ਨੂੰ? ਦੇਖੋ, ਅਰਵਿੰਦ ਕੇਜਰੀਵਾਲ ਦਾ ਭਾਸ਼ਣ ਬੜਾ ਚੰਗਾ ਸੀ। ਮੈਨੂੰ ਸੀਗਾ ਵੀ ਅਰਵਿੰਦ ਕੇਜਰੀਵਾਲ ਇਸ ਭਾਸ਼ਣ ਤੋਂ ਬਾਅਦ ਸ਼ਾਇਦ ਜਾਣਗੇ ਸੰਗਰੂਰ 'ਚ ਚੋਣ ਪ੍ਰਚਾਰ ਲਈ, ਪਰ ਉਹ ਸੰਗਰੂਰ ਨਹੀਂ ਗਏ ਚੋਣ ਪ੍ਰਚਾਰ ਲਈ। ਪਰ ਸਵਾਲ ਇੱਥੇ ਬਹੁਤ ਵੱਡਾ ਹੈ। ਅਰਵਿੰਦ ਕੇਜਰੀਵਾਲ ਦਾ ਭਾਸ਼ਣ ਬਹੁਤ ਵੱਡਾ ਭਾਸ਼ਣ ਸੀ। ਉਹਨਾਂ ਦੇ ਭਾਸ਼ਣ ਤੋਂ ਅਫਸਰਾਂ ਨੂੰ, ਉਹਨਾਂ ਦੀ ਪਾਰਟੀ ਦੇ ਮੰਤਰੀਆਂ ਨੂੰ, ਉਹਨਾਂ ਦੀ ਪਾਰਟੀ ਦੇ ਵਿਧਾਇਕਾਂ ਨੂੰ, ਸਾਰਿਆਂ ਨੂੰ ਕੰਨ ਹੋ ਗਏ ਕਿ ਆਮ ਆਦਮੀ ਪਾਰਟੀ ਕਰਪਸ਼ਨ ਨਾਲ ਸਮਝੌਤਾ ਨਹੀਂ ਕਰੂਗੀ। ਅਗਰ ਕਿਸੇ ਮੰਤਰੀ ਨੇ, ਕਿਸੇ ਵਿਧਾਇਕ ਨੇ, ਕਿਸੇ ਅਫਸਰ ਨੇ ਕਰਪਸ਼ਨ ਕੀਤੀ ਜਾਂ ਕਰਪਸ਼ਨ ਬਾਰੇ ਸੋਚਿਆ ਤਾਂ ਉਹਦੇ 'ਤੇ ਕਾਰਵਾਈ ਹੋਊਗੀ। ਇਹ ਸੁਨੇਹਾ ਦੇਣ 'ਚ ਤਾਂ ਅਰਵਿੰਦ ਕੇਜਰੀਵਾਲ ਕਾਮਯਾਬ ਹੋ ਗਏ। ਪਰ ਜਿਹੜੀ ਉਹ ਗੱਲ ਕਰ ਰਹੇ ਨੇ ਵੀ ਕਰਪਸ਼ਨ ਖਤਮ ਹੋ ਗਈ ਪੰਜਾਬ ਦੇ ਵਿੱਚੋਂ, ਇਹ ਚੀਜ਼ਾਂ ਇੰਨੀ ਛੇਤੀ ਖਤਮ ਨਹੀਂ ਹੁੰਦੀਆਂ। ਨਾ ਸਾਰੀਆਂ ਕਰਪਸ਼ਨਾਂ ਫੜੀਆਂ ਗਈਆਂ ਨੇ, ਨਾ ਸਾਰੀਆਂ ਕਰਪਸ਼ਨਾਂ ਐਕਸਪੋਜ਼ ਹੋਈਆਂ ਨੇ। ਹਾਂ, ਕਿਸੇ ਤੋਂ ਜ਼ਬਰਦਸਤੀ ਕਰਪਸ਼ਨ, ਰਿਸ਼ਵਤ ਨਾ ਮੰਗੀ ਜਾਵੇ, ਕਿਸੇ ਦੇ ਗਲ 'ਚ ਗੂਠਾ ਦੇ ਕੇ ਕੋਈ ਰਿਸ਼ਵਤ ਨਾ ਮੰਗੇ, ਉਹ ਚੀਜ਼ਾਂ ਖਤਮ ਹੋਈਆਂ ਨੇ। ਸਾਰਵਜਨਿਕ ਤੌਰ 'ਤੇ ਕਰਪਸ਼ਨ ਬਿਲਕੁਲ ਔਖੀ ਹੈ। ਅਫਸਰ ਡਰਨ ਲੱਗ ਗਏ। ਹਾਲਾਂਕਿ ਬਹੁਤੇ ਅਫਸਰ ਤਾਂ ਇਮਾਨਦਾਰੀ ਹੁੰਦੇ ਨੇ। ਸਿਸਟਮ ਕਰਪਟ ਕਰ ਦਿੰਦਾ ਜਦੋਂ ਉੱਪਰ, ਜਿਵੇਂ ਅੱਜ ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਦੇ ਰਾਜ 'ਚ ਅਫਸਰਾਂ ਦੀਆਂ ਨਿਯੁਕਤੀਆਂ ਪੈਸੇ ਨਾਲ ਹੁੰਦੀਆਂ ਸੀ। ਚਰਚਾਵਾਂ ਤਾਂ ਸੁਣਦੇ ਸੀ ਅਸੀਂ, ਪਰ ਜੇ ਪੈਸੇ ਦੇ ਕੇ ਅਫਸਰ ਲੱਗਣਗੇ ਫਿਰ ਉਹ ਕਰਪਸ਼ਨ ਤਾਂ ਕਰਨਗੇ। ਇਹ ਸੁਨੇਹਾ ਕੇਜਰੀਵਾਲ ਸਾਹਿਬ ਨੇ ਸਪਸ਼ਟ ਦਿੱਤਾ ਵੀ ਕਰਪਸ਼ਨ ਨਹੀਂ ਚੱਲਣ ਦੇਣੀ। ਫਿਰ ਪਿਛਲੀਆਂ ਸਰਕਾਰਾਂ 'ਤੇ ਵੀ ਪੂਰਾ ਤੰਜ ਕੱਸ ਕੇ ਗਏ ਅਰਵਿੰਦ ਕੇਜਰੀਵਾਲ ਕਿ ਕਾਂਗਰਸ ਦੇ ਰਾਜ 'ਚ, ਅਕਾਲੀ ਦਲ ਦੇ ਰਾਜ 'ਚ 75-25 ਚੱਲਦਾ ਸੀ, ਆਪਸ 'ਚ ਮਿਲ ਜੁਲ ਕੇ ਇਹ ਚੱਲਦੇ ਸੀ। ਉਹਨਾਂ ਨੇ ਸਪਸ਼ਟ ਕਿਹਾ ਵੀ ਇਹ ਬੱਸਾਂ ਪਹਿਲਾਂ ਕਿਉਂ ਨਹੀਂ ਚੱਲੀਆਂ। ਹਾਲਾਂਕਿ ਉਹਨਾਂ ਨੇ ਰਾਜਾ ਵੜਿੰਗ ਦੀ ਉਸ ਗੱਲ 'ਤੇ ਨਹੀਂ ਬੋਲੇ ਵੀ ਰਾਜਾ ਵੜਿੰਗ ਨੇ ਮੇਰੇ ਤੋਂ ਸਮਾਂ ਮੰਗਿਆ ਸੀ, ਚਿੱਠੀ ਵੀ ਲਿਖੀ ਸੀ। ਉਹ ਗੱਲ ਉਹ ਲੁਕੋ ਗਏ। ਉਹ ਕਹਿੰਦੇ ਮੇਰੀ ਜਦੋਂ ਸਰਕਾਰ ਬਣੀ ਮੈਂ ਚਾਹੁੰਦਾ ਸੀ ਕਿ ਪ੍ਰਾਇੋਰਟੀ 'ਤੇ ਬੱਸਾਂ ਚੱਲਣ, ਤੇ ਬੱਸਾਂ ਚੱਲ ਰਹੀਆਂ ਨੇ। ਚਲੋ ਇਹ ਤਾਂ ਖੁਸ਼ੀ ਦੀ ਗੱਲ ਹੈ, ਬੱਸਾਂ ਚੱਲਣੀਆਂ ਵੀ ਚਾਹੀਦੀਆਂ ਸੀ। ਸਰਕਾਰੀ ਬੱਸਾਂ ਨੇ ਸਾਡੀਆਂ, ਇਹ ਕਿਹੜਾ ਨਵੀਆਂ ਖਰੀਦੀਆਂ ਨੇ, ਪਹਿਲਾਂ ਦੀਆਂ ਖਰੀਦੀਆਂ ਹੋਈਆਂ ਬੱਸਾਂ ਸੀ। ਇਹ ਹੁਣੇ ਨਹੀਂ ਖਰੀਦੀਆਂ 5-7 ਦਿਨਾਂ 'ਚ। ਸੋ ਇਸ ਕਰਕੇ ਜਦੋਂ ਸਾਰਾ ਕੁਝ ਹੋਵੇ ਕੋਲੇ ਤੇ ਫਿਰ ਉਹਦੀ ਵਰਤੋਂ ਹੋਣੀ ਚਾਹੀਦੀ ਹੈ। ਹੋਰ ਵੀ ਬਹੁਤ ਸਾਰੀਆਂ ਬੱਸਾਂ ਨੇ। ਮੈਂ ਕਹਿੰਦਾ ਲੋਕਲ ਬੱਸ ਅੱਡਿਆਂ 'ਚ ਬਹੁਤ ਬੱਸਾਂ ਖੜੀਆਂ ਨੇ ਜਿਹੜੀਆਂ ਸਿਟੀ ਯੋਜਨਾ ਦੇ ਵਿੱਚ ਆਈਆਂ ਸੀ, ਉਹ ਨਹੀਂ ਚੱਲਦੀਆਂ। ਉਹ ਵੀ ਚਲਾਓ ਭਗਵੰਤ ਮਾਨ ਜੀ। ਸੋ ਇਸ ਕਰਕੇ ਜਿਹੜਾ ਸੁਨੇਹਾ ਦਿੱਤਾ ਅਰਵਿੰਦ ਕੇਜਰੀਵਾਲ ਨੇ, ਮਨਦੀਪ ਜੀ, ਉਹ ਬੜਾ ਸਟਰੋਂਗ ਸੁਨੇਹਾ ਸੀ। ਗੈਂਗਸਟਰਵਾਦ ਖਤਮ ਕਰਨ ਦਾ ਸੁਨੇਹਾ ਦਿੱਤਾ। ਉਹਨਾਂ ਨੇ ਕਿਹਾ ਕੋਈ ਵੀ ਮਾਮਲਾ ਹੋਊਗਾ ਉਹਦੇ 'ਚ ਕੋਈ ਕਮੀ ਨਹੀਂ ਰਹੂਗੀ, ਤੁਰੰਤ ਹੱਲ ਹੋਊ ਮਾਮਲਾ, ਤੁਰੰਤ ਉਹਨੂੰ ਅਸੀਂ ਨਜਿੱਠਾਂਗੇ, ਖਤਮ ਕਰਾਂਗੇ। ਔਰ ਉਹਨਾਂ ਦਾ ਜਿਹੜਾ ਭਾਸ਼ਣ ਸੀ, ਉਹਨਾਂ ਦੇ ਇਸ ਭਾਸ਼ਣ ਦਾ ਅਸਰ ਸੰਗਰੂਰ ਤੱਕ ਵੀ ਜਾਊਗਾ। ਬਹੁਤ ਬੇਬਾਕੀ ਦੇ ਨਾਲ ਅਰਵਿੰਦ ਕੇਜਰੀਵਾਲ ਨੇ ਭਾਸ਼ਣ ਦਿੱਤਾ ਔਰ ਕਹਿੰਦੇ ਅਸੀਂ ਸਾਰੀਆਂ ਗਰੰਟੀਆਂ ਮੈਂ ਪੂਰਾ ਕਰੂੰਗਾ, ਮੈਨੂੰ ਸਮਾਂ ਦਿਓ, ਸਮੇਂ ਦੇ ਨਾਲ ਹਰ ਚੀਜ਼ ਪੂਰੀ ਹੋਊਗੀ। ਸੋ ਕਈ ਗੱਲਾਂ ਦਾ ਉਹ ਸਪਸ਼ਟੀਕਰਨ ਵੀ ਦੇ ਗਏ ਜਿਨ੍ਹਾਂ ਬਾਰੇ ਸਵਾਲ ਖੜੇ ਹੁੰਦੇ ਸੀ। ਸੋ ਇਹ ਅਰਵਿੰਦ ਕੇਜਰੀਵਾਲ ਨੇ ਭਾਸ਼ਣ ਦਿੱਤਾ। ਹਾਲਾਂਕਿ ਸਾਰਾ ਕੁਝ ਜੋ ਉਹਨਾਂ ਦਾ ਕਹਿਣ ਦਾ ਮਸਲਾ ਹੈ
ਕਿ ਉਹਨਾਂ ਨੇ ਸ਼ਬਦ ਵੀ ਵਰਤਿਆ ਮੰਚ ਤੋਂ ਆਪ ਲੀਡਰਾਂ ਨੇ ਵੀ 70 ਸਾਲਾਂ 'ਚ ਨਹੀਂ ਸੀ ਹੋਇਆ, ਹੁਣ ਕਰਤਾ। ਇਸ ਗੱਲ ਨਾਲ ਮੈਂ ਸਹਿਮਤ ਨਹੀਂ, ਕਿਉਂਕਿ ਜੋ ਕੁਝ ਹੁਣ ਅਸੀਂ ਵਰਤ ਰਹੇ ਹਾਂ ਸਭ ਕੁਝ 70 ਸਾਲਾਂ 'ਚ ਹੀ ਹੈ। ਜੇ ਕੋਈ ਆਮ ਆਦਮੀ ਪਾਰਟੀ ਨੇ ਸਰਕਾਰ ਬਣਨ ਤੋਂ ਬਾਅਦ ਬੱਸ ਅੱਡਾ ਨਵਾਂ ਬਣਾਇਆ ਹੋਵੇ ਤਾਂ ਜ਼ਰੂਰ ਦੱਸ ਦੇਣ। ਜੇ ਬਣਾਇਆ ਹੁੰਦਾ ਆਮ ਆਦਮੀ ਪਾਰਟੀ ਨੇ ਕੋਈ ਨਵਾਂ ਬੱਸ ਅੱਡਾ ਤਾਂ ਉਹਨਾਂ ਨੇ ਵੀਡੀਓ ਜਾਰੀ ਕਰ ਦੇਣੀ ਸੀ ਵੀ ਆਹ ਦੇਖੋ ਅਸੀਂ ਬੱਸ ਅੱਡਾ ਬਣਾਇਆ। ਇਸ ਕਰਕੇ ਹੈਗਾ ਤਾਂ ਸਭ ਕੁਝ ਬਣਿਆ 70 ਸਾਲਾਂ 'ਚ ਹੀ ਹੈ। ਤੇ ਪਿਛਲੇ 70 ਸਾਲਾਂ 'ਚ ਸਾਡੇ ਹੀ ਬਜ਼ੁਰਗ ਮਹਾਨ ਲੀਡਰ ਰਹੇ ਨੇ ਸਾਡੇ ਮੁਲਕ 'ਚ, ਸਾਰੇ ਕਰਪਟ ਨਹੀਂ ਸੀ। ਇਸ ਕਰਕੇ ਆਪਾਂ ਸਾਰਿਆਂ ਨੂੰ ਹੀ ਕਹਿ ਦਈਏ ਵੀ 70 ਸਾਲ ਤੱਕ ਜਿਹਨੇ ਰਾਜ ਕੀਤਾ ਸਾਰੇ ਹੀ ਮਿਲੇ ਹੋਏ ਸੀ, ਸਾਰੇ ਹੀ ਕਰਪਟ ਸੀ। ਮੈਨੂੰ ਲੱਗਦਾ ਇਹ ਵੀ ਚੀਜ਼ਾਂ ਜ਼ਿਆਦਾ ਚੰਗੀਆਂ ਨਹੀਂ ਹੁੰਦੀਆਂ। ਸੋ ਡੱਲਾ ਜੀ, ਮਮਤਾ ਬਨਰਜੀ ਦੀ ਮੀਟਿੰਗ ਬਾਰੇ ਕੀ ਅਪਡੇਟ ਸਾਹਮਣੇ ਆਈ ਹੈ? ਦੇਖੋ, ਮਮਤਾ ਬਨਰਜੀ ਨੇ ਦਿੱਲੀ 'ਚ ਮੀਟਿੰਗ ਰੱਖੀ ਸੀ। ਉਹਨਾਂ ਨੇ 22-23 ਵੱਡੇ ਲੀਡਰਾਂ ਨੂੰ ਚਿੱਠੀ ਲਿਖੀ ਸੀ, ਅਰਵਿੰਦ ਕੇਜਰੀਵਾਲ ਨੂੰ ਵੀ ਲਿਖੀ ਸੀ। ਪਰ ਆਮ ਆਦਮੀ ਪਾਰਟੀ ਮਮਤਾ ਬਨਰਜੀ ਦੇ ਸੱਦੇ ਤੇ ਮੀਟਿੰਗ 'ਚ ਨਹੀਂ ਗਏ। ਅਰਵਿੰਦ ਕੇਜਰੀਵਾਲ ਜੀ ਵੀ ਨਹੀਂ ਗਏ, ਆਮ ਆਦਮੀ ਪਾਰਟੀ ਦੀ ਟੀਮ ਵੀ ਨਹੀਂ ਗਈ। ਔਰ ਮੈਂ ਬੜਾ ਹੈਰਾਨ ਹੋਇਆ। ਮੈਨੂੰ ਸੀਗਾ ਕਿ ਆਮ ਆਦਮੀ ਪਾਰਟੀ ਦੇ ਲੀਡਰ ਜ਼ਰੂਰ ਜਾਣਗੇ, ਕਿਉਂਕਿ ਮਮਤਾ ਬਨਰਜੀ ਔਰ ਅਰਵਿੰਦ ਕੇਜਰੀਵਾਲ ਜੀ ਅਗਰ ਇਕੱਠੇ ਹੋ ਜਾਂਦੇ ਤੇ 2024 'ਚ ਇੱਕ ਵੱਡਾ ਮੁਕਾਬਲਾ ਵਿਰੋਧੀ ਧਿਰ ਦੇ ਰੂਪ 'ਚ ਦੇ ਸਕਦੇ ਸੀ, ਪਰ ਇਹ ਨਹੀਂ ਗਏ। ਇਸ ਤੋਂ ਇਲਾਵਾ ਤੇਲੰਗਾਨਾ ਦੇ ਮੁੱਖ ਮੰਤਰੀ KCR, ਉਹਨਾਂ ਦੀ ਕੋਈ ਜਿਹੜੀ ਧਿਰ ਹੈ ਨਹੀਂ ਗਈ। TRS ਮੁਖੀ ਹੈ, ਉਹ ਵੀ ਨਹੀਂ ਗਏ। ਅਰਵਿੰਦ ਕੇਜਰੀਵਾਲ ਵੀ ਨਹੀਂ ਗਏ। ਕਈ ਵਿਰੋਧੀ ਧਿਰਾਂ ਦੀਆਂ ਪਾਰਟੀਆਂ ਨੇ ਦੂਰੀ ਬਣਾ ਕੇ ਰੱਖੀ। ਮੈਨੂੰ ਇਹ ਲੱਗਦਾ ਕਿ ਵਿਰੋਧੀ ਧਿਰ ਦੀ ਏਕਤਾ ਹਜੇ ਪੂਰੀ ਮੁਕੰਮਲ ਨਹੀਂ ਹੋਈ। ਪਰ ਮਮਤਾ ਬਨਰਜੀ ਵਿਰੋਧੀ ਧਿਰ ਦੇ ਵੱਡੇ ਲੀਡਰ ਨੇ, ਉਹ ਪੂਰੀ ਕੋਸ਼ਿਸ਼ ਕਰ ਰਹੇ ਨੇ। ਹਾਲਾਂਕਿ ਸ਼ਰਦ ਪਵਾਰ ਉਹਨਾਂ ਨੂੰ ਚਾਹੁੰਦੇ ਸੀ ਪਹਿਲਾਂ ਮਮਤਾ ਬਨਰਜੀ ਕਿ ਉਹਨਾਂ ਨੂੰ ਅਸੀਂ ਵਿਰੋਧੀ ਧਿਰ 'ਚ ਰਾਸ਼ਟਰਪਤੀ ਦਾ ਚਿਹਰਾ ਬਣਾਈਏ, ਉਮੀਦਵਾਰ ਬਣਾਈਏ। ਉਹਨਾਂ ਨੇ ਇਨਕਾਰ ਕਰ ਦਿੱਤਾ। ਹੁਣ ਇਹ ਵੀ ਪਤਾ ਲੱਗਿਆ ਹੈ ਕਿ ਮਹਾਤਮਾ ਗਾਂਧੀ ਜੀ ਦੇ ਗ੍ਰੈਂਡਸਨ ਸੀ, ਉਹ ਪਹਿਲਾਂ ਰਾਜਪਾਲ ਰਹੇ ਨੇ। ਉਹਨਾਂ ਨੂੰ ਵੀ ਕਈ ਸੀਨੀਅਰ ਲੀਡਰਾਂ ਨੇ, ਪਾਰਟੀਆਂ ਨੇ ਅਪਰੋਚ ਕੀਤਾ ਕਿ ਅਸੀਂ ਚਾਹੁੰਦੇ ਹਾਂ ਕਿ ਅਗਰ ਤੁਸੀਂ ਸਹਿਮਤੀ ਦੇ ਦਿਓ। ਉਹਨਾਂ ਦੀ ਜਦੋਂ ਸਹਿਮਤੀ ਆਊਗੀ ਫਿਰ ਅੱਗੇ ਗੱਲ ਤੁਰੂਗੀ। ਕਈ ਨਾਮ ਨੇ ਵਿਰੋਧੀ ਧਿਰਾਂ ਕੋਲੇ, ਪਰ ਵਿਰੋਧੀ ਧਿਰਾਂ ਦੀ ਏਕਤਾ ਰਾਸ਼ਟਰਪਤੀ ਦੇ ਮੁੱਦੇ ਤੇ ਨਜ਼ਰ ਨਹੀਂ ਆਈ ਮਨਦੀਪ ਜੀ। ਤੇ ਅਰਵਿੰਦ ਕੇਜਰੀਵਾਲ ਜੀ ਮਮਤਾ ਬਨਰਜੀ ਦੀ ਮੀਟਿੰਗ 'ਚ ਆਪ ਵੀ ਨਹੀਂ ਗਏ, ਇਹਨਾਂ ਦੀ ਟੀਮ ਦਾ ਕੋਈ ਸਾਥੀ ਵੀ ਨਹੀਂ ਗਿਆ। ਹੋ ਸਕਦਾ ਇਹ ਲੋਕ ਇੰਤਜ਼ਾਰ ਕਰਨ ਕਿ ਵਿਰੋਧੀ ਧਿਰਾਂ ਰਾਸ਼ਟਰਪਤੀ ਦੇ ਉਮੀਦਵਾਰ ਦੇ ਤੌਰ ਤੇ ਕਿਸ ਨੂੰ ਚੁਣਦੀਆਂ ਨੇ, ਤੇ ਫਿਰ ਅਸੀਂ ਦੇਖਦੇ ਹਾਂ ਸਮਰਥਨ ਕਰਨਾ ਜਾਂ ਨਹੀਂ ਕਰਨਾ। ਕਿਉਂਕਿ ਜਦੋਂ ਰਾਸ਼ਟਰਪਤੀ ਦੀ ਚੋਣ ਹੁੰਦੀ ਹੈ ਤਾਂ ਸਾਡੇ ਇਲੈਕਟਡ ਰਿਪਰੈਜ਼ੈਂਟੇਟਿਵ ਹੈ ਜਿਹੜੇ ਵਿਧਾਨ ਸਭਾਵਾਂ ਦੇ, ਪਾਰਲੀਮੈਂਟ ਦੇ, ਇਹਨਾਂ ਦੀਆਂ ਵੋਟਾਂ ਪੈਂਦੀਆਂ। ਸੋ ਡੱਲਾ ਜੀ, ਬਹੁਤ ਬਹੁਤ ਧੰਨਵਾਦ ਇਹਨਾਂ ਖਬਰਾਂ ਦੇ ਉੱਪਰ ਪੜਤਾਲ ਕਰਨ ਦੇ ਲਈ। ਸੋ ਦਰਸ਼ਕਾਂ ਤੋਂ ਵੀ ਆਪਾਂ ਇਜਾਜ਼ਤ ਲੈਂਦੇ ਹਾਂ। ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ।